कोविड का संक्रमण दिन ब दिन बढ़ता जा रहा है और इधर सिविल अस्पताल प्रशासन इंतजामों के दावों के बावजूद हालात बेकाबू होते नजर आ रहे हैं। सिविल अस्पताल प्रशासन कोविड वैक्सीन की आपूर्ति के बड़े बड़े दावे कर रहा है, लेकिन पिछले कुछ दिनों से वैक्सीन प्राइवेट व सिविल दोनों अस्पतालों में गायब है। वैक्सीन की शॉर्टेज का सबसे ज्यादा खामियाजा वो सीनियर सिटीजन भुगत रहे हैं, जिनको एक डोज प्राइवेट अस्पतालों में दी जा चुकी है, लेकिन अब दूसरी डोज प्राइवेट अस्पतालों में नहीं मिल पा रही क्योंकि उसकी आपूर्ति सिविल प्रशासन द्वारा नहीं की जा रही। लेकिन बात यहीं खत्म नहीं हो जाती। सिविल अस्पताल में भी लोग पिछले 3 दिनों से वैक्सीन के लिए भटक रहे हैं। नेत्र विशेषज्ञ डॉक्टर केडी सिंह ने कोविड वैक्सीन की कमी पर रोष जताया व सरकार को घेरा। वहीं सिविल में वैक्सीन लगवाने के लिए चक्कर काट रहे लोगों ने स्टाफ द्वारा ड्यूटी के समय से पहले ही ड्यूटी से जाने के बारे में रोष जताया। वैक्सीन लगवाना है, समस्या है? समस्या इतने मैं पिछले 3 दिन तो आ रहा वैक्सीन नहीं लग रही। ਹੁਣ भी वैक्सीन लगाना आया तो कहते वैक्सीन खत्म है, तो जो तक नहीं आती तो तक असं नहीं ला पावे। 4 बजे तो बाद इतने कोई स्टाफ का मैंबर ही नहीं होंगे, जो कोई टाइम 6 बजे का। ਹੁਣ ਇੱਥੇ ਕਿੰਨੀ ਦੇਰ ਦੇ ਖੜੇ ਹੋ? ਅਸੀਂ ਇੱਥੇ ਕੋਈ 1.5 ਤੋਂ 2 ਘੰਟੇ ਹੋ ਗਏ। स्वर्णदास ਕਿੱਥੋਂ ਆਏ ਤੁਸੀਂ? ਅਸੀਂ ਆਏ ਇੱਧਰੋਂ ਲਮੀਣੀ ਤੋਂ। ਕੀ ਕਰਨਾ ਹੈ ਇੱਥੇ? ਟੀਕਾ ਲਾਉਣ ਆਏ, ਟੀਕਾ ਲਾਉਣ ਕਰੋਨੇ ਦਾ। ਹਾਂਜੀ ਕੀ ਪ੍ਰੋਬਲਮ ਆ ਰਹੀ ਹੈ? ਟੀਕਾ ਲਾਉਣ ਹੋਰ ਬਿਮਾਰੀ ਕੀ ਆ, ਪਰ ਉਹ ਕਰੋਨੇ ਦਾ ਇੱਕ ਲਵਾ ਲਿਆ ਤੇ ਦੂਜਾ ਹੁਣ ਲਾਉਣ ਆਏ ਆ ਤੇ ਉਹ ਆਂਦੇ ਦਵਾਈ ਹੈ ਨਹੀਂ ਉਹ ਕਿੰਨੇ ਵਜੇ ਆਏ ਤੁਸੀਂ ਇੱਥੇ? 11 ਵਜੇ ਦੇ ਆਏ ਨੇ। ਕਿੰਨੀ ਦੇਰ ਹੋ ਗਈ ਇੱਥੇ ਬੈਠੇ ਹੋਏ? 11 ਵਜੇ ਤੋਂ ਲਾਲਾ ਢਾਵਾ 2 ਦੇ ਵੱਜਣ ਲੱਗੇ। ਹੁਣ ਤੁਹਾਨੂੰ ਇੰਜੈਕਸ਼ਨ ਨਹੀਂ ਲੱਗਿਆ? ਨਾ ਸਾਰੇ ਟੀਕੇ ਲਾਉਣ ਹੀ ਆਏ ਤੇ ਕਿ ਹਾਂਜੀ ਅੱਜ ਦਵਾਈ ਮੁੱਕੀ ਆ, ਦਵਾਈ ਮੁੱਕੀ ਹੈ ਹੀ ਨਹੀਂ ਉਹ ਇੰਜੈਕਸ਼ਨ। ਸਾਡੇ ਹਸਪੀਟਲ ਦੇ ਵਿੱਚ ਲਗਭਗ ਕੋਈ 700 ਲੋਕਾਂ ਨੂੰ ਅਸੀਂ ਵੈਕਸੀਨ ਲਗਾ ਚੁੱਕੇ ਹਾਂ। ਸਰ ਇਸ ਵੇਲੇ ਲੱਗ ਰਹੀ ਹੈ ਸਰ? ਨਹੀਂ ਬੇਟਾ, ਇਸ ਵੇਲੇ ਨਹੀਂ ਲੱਗ ਰਹੀ ਕਿਉਂਕਿ ਸਾਡੀ ਵੈਕਸੀਨ ਆਉਂਦੀ ਸੀ ਸਿਵਲ ਹਸਪੀਟਲ ਤੋਂ ਔਰ ਸਾਨੂੰ ਉਹ ਦੇ ਰਹੇ ਸੀ 150 ਰੁਪਏ ਇੱਕ ਡੋਜ਼ ਦੇ, ਔਰ ਅਸੀਂ ਤਾਂ ਇਸ ਤਰ੍ਹਾਂ ਹੀ ਲਾਈ ਜਾ ਰਹੇ ਸੀਗੇ। ਲੇਕਿਨ ਹੁਣ ਉਹਨਾਂ ਨੇ ਸਾਨੂੰ ਦੇਣੀ ਬੰਦ ਕਰਤੀ ਹੈ ਕਿਉਂਕਿ ਉਹ ਕਹਿ ਰਹੇ ਨੇ ਵੀ ਸਾਡੇ ਕੋਲ ਵੈਕਸੀਨ ਹੈ ਨਹੀਂ, ਜਾਂ ਉਹਨਾਂ ਦੀ ਪੋਲਿਸੀ ਚੇਂਜ ਹੋ ਗਈ ਹੈ ਕਿ ਅਸੀਂ ਪ੍ਰਾਈਵੇਟ ਹਸਪੀਟਲ ਨੂੰ ਨਹੀਂ ਦੇਣੀ। ਲੇਕਿਨ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਕਿ ਗਵਰਨਮੈਂਟ ਹਸਪੀਟਲ ਦੇ ਵਿੱਚ ਉਹ ਫ੍ਰੀ ਲੱਗ ਰਹੀ ਸੀ, ਸਾਡੇ ਕੋਲੋਂ ਉਹ 150 ਰੁਪਏ ਲੈ ਰਹੇ ਸੀ। ਅਸੀਂ ਫਿਰ ਵੀ ਉਹਨਾਂ ਨੂੰ 150 ਰੁਪਏ ਦੇ ਕੇ ਅਤੇ ਉਹਨਾਂ ਨੂੰ ਕੋਈ ਪੈਸੇ ਦੇ ਕੇ ਹੀ ਚੀਜ਼ ਲੈ ਰਹੇ ਸੀ, ਔਰ ਲਾ ਵੀ ਰਹੇ ਸੀ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਹੀ ਲਾ ਰਹੇ ਸੀ, ਪਠਾਨਕੋਟ ਦੇ ਲੋਕਾਂ ਨੂੰ ਹੀ ਲਾ ਰਹੇ ਸੀ, ਕੋਈ ਪਾਕਿਸਤਾਨ ਤੋਂ ਆ ਕੇ ਤਾਂ ਲਵਾ ਨਹੀਂ ਰਿਹਾ ਸੀ। ਤੋ ਜਿਹੜੇ ਟੋਟਲ ਕੈਲਕੂਲੇਟ ਹੋ ਰਹੇ ਸੀ ਬੰਦੇ ਕਿ ਪਠਾਨਕੋਟ ਦੇ ਕਿੰਨਾ ਟਾਰਗੇਟ ਹੈ, ਉਹਦੇ ਵਿੱਚ ਵੀ ਅਸੀਂ ਯੋਗਦਾਨ ਪਾ ਰਹੇ ਸੀ। ਲੇਕਿਨ ਉਹਨਾਂ ਨੇ ਪੋਲਿਸੀ ਚੇਂਜ ਕਰਤੀ ਵੀ ਪ੍ਰਾਈਵੇਟ ਹਸਪੀਟਲ ਨਹੀਂ ਦੇਣੀ। ਮੈਨੂੰ ਸਮਝ ਨਹੀਂ ਆਈ ਕਿਉਂਕਿ ਮੈਨੂੰ ਸਭ ਤੋਂ ਵੱਡਾ ਅਫਸੋਸ ਇਹ ਹੈ ਵੀ ਜਿਨ੍ਹਾਂ ਨੇ ਸਾਡੇ ਕੋਲੋਂ ਇੱਕ ਵੈਕਸੀਨ ਲਵਾਈ, ਹੁਣ ਉਹ ਸਾਨੂੰ ਕਹਿ ਰਹੇ ਵੀ ਸੈਕਿੰਡ ਡੋਜ਼ ਸਾਡੀ ਆਈ ਹੋਈ ਹੈ ਔਰ ਸਾਨੂੰ ਡਿਲੇ ਹੋ ਰਿਹਾ। ਉਹ ਕਹਿੰਦੇ ਨੇ ਹਸਪੀਟਲ ਆ ਕੇ ਲਵਾਓ। ਮੈਨੂੰ ਨਹੀਂ ਸਮਝ ਆਈ ਕਿ ਸੈਕਿੰਡ ਡੋਜ਼ ਅਸੀਂ ਲਾਈ ਹੈ ਜਾਂ ਹਸਪੀਟਲ ਲਾਏ, ਉਹਦੇ 'ਚ ਕੀ ਫਰਕ ਹੈ। ਇਹਦੀ ਕੋਈ ਰੀਜ਼ਨਿੰਗ ਨਹੀਂ ਹੈ, ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਸੈਕਿੰਡ ਡੋਜ਼ ਲੱਗ ਰਹੀ ਹੋਗੀ ਤੁਹਾਡੇ ਕੋਲ, ਲੱਗ ਰਹੀ ਹੈ ਸਿਵਲ ਤੋਂ ਲੱਗ ਰਹੀ ਹੈ? ਨਹੀਂ, ਉਹ ਸਾਨੂੰ ਵੈਕਸੀਨ ਨਹੀਂ ਦੇ ਰਹੇ। ਉਹ ਕਹਿੰਦੇ ਨੇ ਜਿੱਥੇ ਕਿਤੇ ਵੈਕਸੀਨ ਲੱਗ ਰਹੀ ਹੈ, ਕੋਈ ਕੈਂਪ ਲੱਗ ਰਿਹਾ, ਉੱਥੇ ਜਾਓ। ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ, ਮੇਰੀ ਇਹ ਗੱਲ ਨੂੰ ਸਾਰੇ ਨੇ ਬੜੇ ਧਿਆਨ ਨਾਲ ਸਮਝਣਾ। ਲੋਕ ਕਹਿੰਦੇ ਨੇ, ਕਈ ਤੁਸੀਂ ਗੱਲਾਂ ਸੁਣੀਆਂ ਹੋਣੀਆਂ ਨੇ ਕਿ ਵੈਕਸੀਨ ਲਗਾਉਣ ਤੋਂ ਬਾਅਦ ਪੋਜ਼ੀਟਿਵ ਹੋ ਗਏ। ਵੈਕਸੀਨ ਲਗਾਉਣ ਤੋਂ ਬਾਅਦ ਪੋਜ਼ੀਟਿਵ ਕੋਈ ਨਹੀਂ ਹੁੰਦਾ। ਵੈਕਸੀਨ ਲਗਵਾਉਣ ਦੀ ਭੀੜ ਵਿੱਚ ਖੜ੍ਹੇ ਹੋ ਕੇ ਜ਼ਰੂਰ ਕਰੋਨਾ ਨਾਲ ਲੈ ਆਇਓ, ਜਦ ਕਿ ਹਰ ਹਸਪੀਟਲ ਦੇ ਵਿੱਚ, ਪ੍ਰਾਈਵੇਟ ਹਸਪੀਟਲ 'ਚ ਬੰਦੇ ਆਰਾਮ ਨਾਲ ਜਾਂਦੇ ਸੀ, ਕੋਈ ਰਸ਼ ਨਹੀਂ ਸੀ, ਕੋਈ ਭੀੜ ਨਹੀਂ ਸੀ, ਆ ਕੇ ਟੀਕਾ ਲਗਵਾ ਕੇ 150-200 ਰੁਪਇਆ ਦੇ ਕੇ ਚਲੇ ਜਾਂਦੇ ਸੀ ਵਾਪਸ। ਲੇਕਿਨ ਹੁਣ ਜਿਹੜੇ ਤੁਸੀਂ ਕੈਂਪ ਲਾ ਰਹੇ ਆ ਕਿ ਜੀ ਉੱਥੇ 100-100 150 ਦੇ ਟਾਰਗੇਟ ਬਣਾ ਰਹੇ ਨੇ, ਚਾਹੇ ਉਹ ਕੋਈ NGOs ਕੈਂਪ ਲਵਾ ਰਹੇ ਨੇ, ਚਾਹੇ ਕਲੱਬ ਕੈਂਪ ਲਵਾ ਰਹੇ ਨੇ। ਹਰ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਮਤਲਬ ਕਿ ਅਸੀਂ ਕੈਂਪ ਲਵਾਈਏ, ਆਓ ਜੀ ਤੁਸੀਂ ਵੀ ਆ ਜਾਓ, ਮਾਤਾ ਜੀ ਤੁਸੀਂ ਵੀ ਆ ਜਾਓ, ਮਾਨ ਸਾਹਿਬ ਫਲਾਣੇ ਤੁਸੀਂ ਵੀ ਆ ਜਾਓ। ਅਤੇ ਉੱਥੇ ਜਿਹੜੀ ਸੋਸ਼ਲ ਡਿਸਟੈਂਸਿੰਗ ਕਿੱਥੇ ਰਹਿ ਗਈ। ਇੱਕ ਚੀਜ਼ ਹੋਰ ਮੈਂ ਚਾਹੁੰਦਾ, ਮੇਰੀ ਗੱਲ ਨੂੰ ਸਮਝਣਾ ਧਿਆਨ ਨਾਲ। ਟੀਕਾ ਵੈਕਸੀਨ ਦਾ ਲੱਗਦੇ ਨਾਲ ਤੁਸੀਂ ਬਚ ਨਹੀਂ ਗਏ ਕਿ ਤੁਸੀਂ ਸੇਫ ਹੋ ਗਏ ਹੋ। ਇੱਕ ਟੀਕਾ ਲੱਗੇਗਾ, ਫਿਰ ਦੂਸਰਾ ਟੀਕਾ ਲੱਗੇਗਾ, ਉਸ ਤੋਂ 15-20 ਦਿਨ ਬਾਅਦ ਜਾ ਕੇ ਤੁਸੀਂ 60-70% ਬਚਾਅ ਹੈ ਤੁਹਾਡਾ। ਅੱਜ ਅਗਰ ਟੀਕਾ ਲੱਗਾ ਕਿਸੇ ਨੂੰ, ਸੋਚੋ ਜੀ ਮੈਂ ਟੀਕਾ ਲਾਤਾ ਤੇ ਉਹ ਬਿਲਕੁਲ ਠੀਕ ਹੋ ਗਿਆ, ਇਹ ਬਿਲਕੁਲ ਗਲਤ ਫਹਿਮੀ ਹੈ।
ਔਰ ਜਿਹੜਾ ਕਰੋਨਾ ਦੀ ਸੈਕੰਡ ਵੇਵ ਆਈ ਹੈ ਇਸ ਭੁਲੇਖੇ 'ਚ ਵੀ ਆਈ ਹੈ ਕਿ ਸਾਨੂੰ ਤਾਂ ਟੀਕਾ ਲੱਗਾ ਹੋਇਆ, ਸਾਨੂੰ ਉਹ ਸਾਰੇ ਤੁਰੇ ਫਿਰਦੇ ਨੇ ਉਸ ਤਰ੍ਹਾਂ ਹੀ। ਇਹ ਗੱਲ ਠੀਕ ਨਹੀਂ ਹੈ। ਮੈਂ ਸਾਰਿਆਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਹਰ ਸਿਵਲ ਹਸਪੀਟਲ ਦੇ ਅਫਸਰ ਨਾਲ ਗੱਲ ਕੀਤੀ ਹੈ। ਹਰ ਬੰਦਾ ਆਪਣੇ ਹੱਥ ਖੜੇ ਕਰਕੇ ਅੱਗੇ ਪਾਉਂਦਾ, ਉਹਨੂੰ ਪੁੱਛ ਲਓ, ਉਹਨੂੰ ਪੁੱਛ ਲਓ, ਉਹਨੂੰ ਪੁੱਛ ਲਓ, ਉਹਨੂੰ ਪੁੱਛ ਲਓ। ਅਗਰ ਮੇਰੇ ਵਰਗਾ ਬੰਦਾ ਜਿਹੜਾ ਅਵੇਅਰਡ ਹੈ, ਜਿਹਨੂੰ ਸਭ ਜਾਣਦੇ ਆ, ਜਿਹਨੂੰ ਪਤਾ ਹੈ, ਜੇ ਉਹ ਨਹੀਂ ਵੈਕਸੀਨ ਲੈ ਸਕਦਾ ਤਾਂ ਬਾਕੀ ਕਿਹਨੂੰ ਮਿਲਣੀ ਹੈ? ਸਰ ਕੀ ਲੱਗਦਾ ਤੁਹਾਨੂੰ ਕੀ ਕਾਰਨ ਹੈ ਇਹਦਾ ਕਿ ਵੈਕਸੀਨ ਕਿਉਂ ਨਹੀਂ ਪ੍ਰੋਵਾਈਡ ਕਰ ਰਹੇ? ਮੈਨੂੰ ਨਹੀਂ ਸਮਝ ਆਈ। ਪਾਲਿਸੀ ਕ੍ਰਾਈਸਿਸ ਹੈ, ਪਾਲਿਸੀ ਪੈਰਾਲਿਸਿਸ ਹੈ। ਮੇਰੇ ਹਿਸਾਬ ਸਿਰ ਤੇ ਸ਼ਹਿਰ ਦੇ ਵਿੱਚ ਘੱਟੋ ਘੱਟ 50 ਜਗ੍ਹਾ ਤੇ ਵੈਕਸੀਨ ਲੱਗਣੀ ਚਾਹੀਦੀ ਹੈ, ਜਿੱਥੇ ਜਰਾ ਵੀ ਰਸ਼ ਨਾ ਹੋਵੇ। ਕੋਈ ਬੰਦਾ ਜਾਏ ਵੈਕਸੀਨ ਲਵਾ ਕੇ ਵਾਪਸ ਆਏ। ਕੋਈ ਅਗਰ ਬਜ਼ੁਰਗ ਹੈ, ਕਿਸੇ ਦੇ ਮੰਮੀ ਡੈਡੀ ਨੇ, ਜਿਹੜੇ ਸਭ ਤੋਂ ਜ਼ਿਆਦਾ ਸਸੈਪਟੇਬਲ ਨੇ ਤੁਸੀਂ ਇਨਫੈਕਸ਼ਨ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਬਚਾ ਕੇ ਰੱਖਣਾ ਹੈ, ਉਹਨਾਂ ਨੂੰ ਤੁਸੀਂ ਭੀੜ 'ਚ ਖੜਾ ਕਰ ਸਕਦੇ ਹੋ ਵੈਕਸੀਨ ਲਵਾਉਣ ਵਾਲੇ? ਇੰਨੀ ਗਰਮੀ 'ਚ ਨਾ ਕੋਈ ਜਗ੍ਹਾ ਬਹਿਣ ਨੂੰ, ਫਿਰ ਭੀੜ ਭੜੱਕੇ 'ਚ ਤੁਸੀਂ ਖੜਾ ਕਰੋਗੇ ਉਹਨਾਂ ਨੂੰ? ਛੋਟੇ ਛੋਟੇ ਕਮਰਿਆਂ ਦੇ ਵਿੱਚ ਅੰਦਰ ਇੰਨੀ ਭੜਾਸ ਹੈ, ਉਹਦੇ ਵਿੱਚ ਤੁਸੀਂ ਲੈ ਕੇ ਜਾਓਗੇ? ਮੈਨੂੰ ਨਹੀਂ ਸਮਝ ਆਈ। ਟੋਟਲ ਪਾਲਿਸੀ ਪੈਰਾਲਿਸਿਸ ਹੈ। ਮੈਨੂੰ ਨਹੀਂ ਪਤਾ ਵੀ ਕਿਸ ਲੈਵਲ 'ਤੇ ਡਿਸੀਜ਼ਨ ਹੋਇਆ, ਇਹਦਾ ਮੈਨੂੰ ਕੁਝ ਨਹੀਂ ਪਤਾ। ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿ ਜਦੋਂ ਕਹਿੰਦੇ ਨੇ ਵੀ ਵਿਆਹ ਦੇ ਵਿੱਚ ਤੁਸੀਂ 20 ਤੋਂ ਵੱਧ ਇਕੱਠੇ ਨਹੀਂ ਕਰਨੇ। ਮੈਂ ਇੱਕ ਵੀਡੀਓ ਦੇਖੀ ਸੀ, DC ਸਾਹਿਬ ਲੋਕਾਂ ਨੂੰ ਚੰਡਾ ਮਾਰਦੇ ਪਏ ਸੀ। ਤੁਸੀਂ ਕਹਿੰਦੇ ਹੋ ਕਿਸੇ ਦੀ ਡੈਥ ਹੋ ਜਾਏ ਤੇ 50 ਤੋਂ ਵੱਧ ਬੰਦੇ ਨਹੀਂ ਜਾਣਗੇ। ਤੁਸੀਂ ਕਹਿੰਦੇ ਹੋ ਕਿਧਰੇ ਮਾਤਾ ਦੀ ਚੌਂਕੀ ਨਹੀਂ ਕਰਨੀ, ਕੋਈ ਜਗਰਾਤਾ ਨਹੀਂ ਕਰਨਾ, ਕੋਈ ਭੰਡਾਰਾ ਨਹੀਂ ਕਰਨਾ, ਤੁਸੀਂ ਕੋਈ ਆਈ ਕੈਂਪ ਨਹੀਂ ਲਾਣਾ, ਤੁਸੀਂ ਕੋਈ ਮੈਡੀਕਲ ਕੈਂਪ ਨਹੀਂ ਲਾਣਾ, ਔਰ ਹਸਪੀਟਲਾਂ ਦੀ OPD ਬੰਦ ਕਰ ਦਿਓ, ਇਲੈਕਟਿਵ ਸਰਜਰੀ ਬੰਦ ਕਰ ਦਿਓ। ਤੇ ਕਿਆ ਵੈਕਸੀਨ ਦੇ ਕੈਂਪਾਂ ਦੇ ਵਿੱਚ 200 ਬੰਦਾ ਇਕੱਠਾ ਕਰਨਾ ਜਸਟੀਫਾਈਡ ਹੈ? ਉਦੋਂ ਨਹੀਂ ਤੁਹਾਨੂੰ, ਉਦੋਂ ਜਿਹੜਾ 200 ਬੰਦਾ ਇਕੱਠਾ ਹੋਇਆ ਜਾਂ 150 ਇਕੱਠਾ ਹੋਇਆ ਜਾਂ 100 ਬੰਦਾ ਇਕੱਠਾ ਹੋਇਆ, ਕਿਸੇ ਵੈਕਸੀਨੇਸ਼ਨ ਕਿਸੇ NGO ਨੇ ਕੈਂਪ ਲਗਾਇਆ, ਉਸ ਕੈਂਪ ਦੇ ਵਿੱਚ ਕਰੋਨਾ ਨਹੀਂ ਫੈਲ ਸਕਦਾ? ਔਰ ਉਹ ਕਿੱਥੇ ਗਈ 20-50 ਵਾਲੀ, ਕਿੱਥੇ ਗਈ ਰਿਸਟ੍ਰਿਕਸ਼ਨ? ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ, ਡਿਸਕਸ ਕਰਨ ਵਾਲੀਆਂ ਨੇ। ਜਿਹੜੇ ਮੇਰਾ ਇਹ ਸੁਝਾਅ ਹੈ ਕਿ ਪੂਰੇ ਪਠਾਨਕੋਟ ਦੇ ਵਿੱਚ ਹਰ ਜਿੱਥੇ ਵੀ ਹਸਪੀਟਲ ਹੈ ਜਾਂ ਕਲੀਨਿਕ ਹੈ, ਉਹਨੂੰ ਵੈਕਸੀਨ ਦੇਣੀ ਚਾਹੀਦੀ ਹੈ। ਹਰ ਜਗ੍ਹਾ 'ਤੇ ਵੈਕਸੀਨ ਲੱਗੇ, ਕੰਪਲਸਰੀ ਹੋਵੇ ਹਰ ਡਾਕਟਰ ਵਾਸਤੇ ਵੀ ਆਪਣੇ ਇੱਥੇ ਇੱਕ ਵੈਕਸੀਨ ਲਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਈਜ਼ੀ ਹੋਵੇ। ਜਿਵੇਂ ਅਸੀਂ ਪੋਲਿੰਗ ਬੂਥ ਬਣਾਉਂਦੇ ਹਾਂ ਤੁਹਾਡੇ ਘਰ ਤੋਂ ਜੀ, ਅਸੀਂ ਕਹਿੰਦੇ ਹਾਂ ਕਿ 100 ਮੀਟਰ ਤੋਂ ਦੂਰ ਨਹੀਂ ਹੋਣਾ ਚਾਹੀਦਾ ਤਾਂ ਕਿ ਲੋਕੀ ਮੈਕਸਿਮਮ ਵੋਟ ਪਾਉਣ ਜਾਣ। ਅਤੇ ਤੁਹਾਡੇ ਕੀ ਮਤਲਬ ਕਿ ਮੈਂ ਸਿਵਲ ਹਸਪਤਾਲ ਦੇ ਵਿੱਚ 3 ਕਿਲੋਮੀਟਰ ਚੱਲ ਕੇ ਟੀਕਾ ਲਵਾਉਣ ਜਾਵਾਂ? ਅਤੇ ਇਸ ਵਾਸਤੇ ਮੇਰੇ ਘਰ ਦੇ ਕੋਲ ਕਿਉਂ ਨਾ ਕੋਈ ਡਾਕਟਰ ਨੂੰ ਦਿੱਤੀ ਜਾਏ ਪਰਮਿਸ਼ਨ, ਅਤੇ ਉਹ ਆ ਕੇ ਟੀਕਾ ਲਾਏ। ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ, ਡਿਸਕਸ ਕਰਨ ਵਾਲੀਆਂ ਨੇ, ਔਰ ਪਬਲਿਕ ਨੂੰ ਜਗਾਉਣ ਵਾਲੀਆਂ ਨੇ। ਪਬਲਿਕ ਖੁਦ ਬੋਲੇਗੀ, ਜਗੇਗੀ, ਕਿਉਂਕਿ ਇਹ ਅਸੀਂ ਇਸ ਵੇਲੇ 3rd ਵਰਲਡ ਵਾਰ ਲੜ ਰਹੇ हैं कोरोना के नाल। ये छोटी लड़ाई नहीं है ब्रदर, छोटी लड़ाई नहीं है। थैंक यू। जब इस बारे में SMO राकेश सरपाल से बात करनी चाहिए तो उन्होंने कहा कि वे इस मामले पर बयान नहीं दे सकते, उनके सीनियर से पूछा जाए। लेकिन सिविल सर्जन हरविंदर सिंह वीडियो कॉन्फ्रेंसिंग में व्यस्त थे। कोवैक्सीन जी है ना, वो हुणे लग रही सी जी नीचे साडे, वो खत्म हुई है, पर असीं हुण फील्ड विच हले हैगी है। सुजानपुरों एक वायल मंगाई है असीं, वो चलो एटलीस्ट 20 लोगों को होर लग जाएगी। बाकी भी जी फील्ड में जिथे हैगी है, वो असीं साडे डिस्ट्रिक्ट इम्यूनाइजेशन ऑफिसर उत्थों मंगा रहे हैं, तो वो जी वैक्सीन असीं कल लगा देंगे। बाकी कोविशील्ड की सानूं कोई प्रॉब्लम, कोविशील्ड लग रही है। अज कोवैक्सीन भी अज 92 डोजेज असीं लगाई हैं हुण तक, अज ही खत्म हुई है। रागी होम डेकोर give your home, offices, interior and exterior walls, ceiling, furniture and door panel an elegant look. Expert in UV PVC wallpapers, partition jali, wood flooring. आपकी काल्पनिक सोच को उतारे आकार में और आकार संवारे आपके घरों, दफ्तरों और किसी भी प्रकार के व्यावसायिक स्थलों को 100% इको फ्रेंडली, 100% मॉइस्चर प्रूफ, 100% टर्माइट प्रूफ, एक्सीलेंट वेदरबिलिटी, साउंड रिड्यूसिंग, फायर रिटार्डेंट, रिसाइकलेबल एंड लाइटवेट जैसी खूबियों से भरी शीट्स। बेहतर व आधुनिक पसंद के लिए याद रखें Ragi Home Decor, care of Ragi Distributors and Promoters, Ward number 11 near Novelty Mall, Mamoon Road, Pathankot. Contact us on 95400 6113.